हेलो एवरीवन, वेलकम टू मेहनती बच्चे। दिस इज साक्षी अग्रवाल। सो ਅੱਜ ਤੋਂ ਆਪਾਂ PSSB ਦੇ ਡਿਫਰੈਂਟ ਐਗਜ਼ਾਮਸ ਦੇ ਲਈ ਕ੍ਰੈਸ਼ ਕੋਰਸ ਸਟਾਰਟ ਕਰਨ ਜਾ ਰਹੇ ਹਾਂ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕਾਫੀ ਸਾਰੇ PSSB ਦੇ ਐਗਜ਼ਾਮਸ ਹੈ ਜਿਹੜੇ ਉਹ ਕੰਡਕਟ ਹੋਣ ਜਾ ਰਹੇ ਹਨ ਜੁਲਾਈ ਤੇ ਅਗਸਤ ਦੇ ਵਿੱਚ। ਓਕੇ, ਸੋ ਅਗਰ ਤੁਸੀਂ ਪੰਜਾਬ ਪਟਵਾਰੀ ਦਾ ਐਗਜ਼ਾਮ ਦੇਣਾ ਹੈ, ਐਕਸਾਈਜ਼ ਦਾ ਐਗਜ਼ਾਮ ਦੇਣਾ ਹੈ, ਜਾਂ ਫਿਰ ਤੁਸੀਂ ਟੈਕਨੀਕਲ ਅਸਿਸਟੈਂਟ ਦਾ ਐਗਜ਼ਾਮ ਦੇਣਾ ਹੈ, ਫਿਸ਼ਰੀ ਆਫਿਸਰ ਦਾ ਐਗਜ਼ਾਮ ਦੇਣਾ ਹੈ, ਉਸ ਤੋਂ ਇਲਾਵਾ ਲੀਗਲ ਕਲਰਕ ਐਗਜ਼ਾਮ ਦੇਣਾ ਹੈ, ਜਾਂ ਫਿਰ ਸਕੂਲ ਲਾਇਬ੍ਰੇਰੀਅਨ ਐਗਜ਼ਾਮ ਦੇਣਾ ਹੈ, ਤਾਂ ਤੁਸੀਂ ਇਹ ਵੀਡੀਓ ਲੈਕਚਰਸ ਨੂੰ ਫੋਲੋ ਕਰ ਸਕਦੇ ਹੋ। ਤੁਹਾਡੇ ਬਹੁਤ ਕੰਮ ਆਉਣਗੇ। ਸੋ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇੰਗਲਿਸ਼ ਦੇ ਕੁਝ ਟੌਪਿਕਸ ਦੇਖਾਂਗੇ, ਜਿਵੇਂ ਕਿ ਬੇਸਿਕ ਗ੍ਰਾਮਰ, ਪ੍ਰੈਪੋਜੀਸ਼ਨ, ਐਡਜੈਕਟਿਵ, ਐਡਵਰਬ, ਸਬਜੈਕਟ ਐਂਡ ਵਰਬ, ਆਰਟੀਕਲਸ। ਇਹਨਾਂ ਉੱਪਰ ਬੇਸਿਕਲੀ ਅੱਜ ਆਪਾਂ 10 ਐਰਰ ਕਰੈਕਸ਼ਨ ਕੁਐਸਚਨਸ ਹੈ ਜਿਹੜੇ ਉਹ ਡਿਸਕਸ ਕਰਾਂਗੇ। ਬਿਕੋਜ਼ ਅਗਰ ਤੁਸੀਂ ਟੌਪਿਕਸ ਪੜ੍ਹੋਗੇ ਨਾ ਤਾਂ ਤੁਸੀਂ ਕੁਐਸਚਨਸ ਨਹੀਂ ਅਟੈਂਪਟ ਕਰ ਪਾਓਗੇ ਪੇਪਰ ਦੇ ਵਿੱਚ। ਤਾਂ ਤੁਸੀਂ ਇਹ ਟੌਪਿਕਸ ਨੂੰ ਕੁਐਸਚਨਸ ਦੀ ਹੈਲਪ ਦੇ ਨਾਲ ਹੀ ਕਰੋ, ਜਿਵੇਂ ਫਿਲ ਇਨ ਦਾ ਬਲੈਂਕਸ ਹੋ ਗਏ ਜਾਂ ਫਿਰ ਐਰਰ ਕਰੈਕਸ਼ਨ ਹੋ ਗਿਆ, ਉਹ ਤੁਹਾਨੂੰ ਜ਼ਿਆਦਾ ਬੈਨੀਫਿਟ ਦੇਗਾ। ਓਕੇ, ਬਿਕੋਜ਼ ਇਹਦੇ ਕੁਐਸਚਨਸ ਹੈ ਜਿਹੜੇ ਟੌਪਿਕਸ ਹੈ ਉਹ ਤੁਹਾਨੂੰ ਐਗਜ਼ਾਮ ਦੇ ਵਿੱਚ ਇਸ ਤਰੀਕੇ ਨਾਲ ਹੀ ਆਉਣਗੇ। ਸੋ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਸਭ ਤੋਂ ਪਹਿਲਾ ਕੁਐਸਚਨ ਹੈ, You must either be regular with your studies and study for longer period before the examination। ਹੁਣ ਇਹਦੇ ਵਿੱਚ ਤੁਹਾਡੇ ਕੋਲ 4 ਪਾਰਟਸ ਦੇ ਵਿੱਚ ਸੈਂਟੈਂਸ ਨੂੰ ਡਿਵਾਈਡ ਕੀਤਾ ਹੋਇਆ। ਤੁਸੀਂ ਦੱਸਣਾ ਵੀ ਕਿਹੜੇ ਪਾਰਟ 'ਚ ਐਰਰ ਹੈ। ਓਕੇ, ਅਗਰ ਨਹੀਂ ਹੈਗੀ ਤਾਂ ਨੋ ਐਰਰ ਆਨਸਰ ਆਏਗਾ। ਸੋ ਦੇਖੋ, ਸਭ ਤੋਂ ਪਹਿਲਾਂ ਕੀ ਹੈ, ਯੂ ਮਸਟ ਈਦਰ ਬੀ ਰੈਗੂਲਰ ਵਿਦ ਯੋਰ ਸਟੱਡੀਜ਼। ਜਾਂ ਤਾਂ ਤੁਹਾਨੂੰ ਆਪਣੀ ਸਟੱਡੀਜ਼ ਨਾਲ ਰੈਗੂਲਰ ਹੋਣਾ ਚਾਹੀਦਾ ਹੈ, ਐਂਡ ਸਟੱਡੀ ਫॉर ਲੌਂਗਰ ਪੀਰੀਅਡ ਬਿਫੋਰ ਐਗਜ਼ਾਮੀਨੇਸ਼ਨ। ਤੇ ਤੁਹਾਨੂੰ ਸਟੱਡੀ ਕਰਨੀ ਚਾਹੀਦੀ ਹੈ ਜ਼ਿਆਦਾ ਦੇਰ ਐਗਜ਼ਾਮੀਨੇਸ਼ਨ ਤੋਂ ਪਹਿਲਾਂ। ਓਕੇ, ਸੋ ਹੁਣ ਇੱਥੇ ਆਪਾਂ ਐਰਰ ਲੱਭਦੇ ਹਾਂ। ਦੇਖੋ, ਜਿਹੜਾ ਅਗਰ ਤੁਸੀਂ ਫਸਟ ਪਾਰਟ ਦੇਖੋਗੇ ਤਾਂ ਇਹਦੇ ਵਿੱਚ ਈਦਰ ਦਾ ਯੂਜ਼ ਹੋਇਆ ਹੈ। ਯੂ ਮਸਟ ਈਦਰ ਬੀ ਰੈਗੂਲਰ ਵਿਦ ਯੋਰ ਸਟੱਡੀਜ਼। ਹੁਣ ਅਗਰ ਈਦਰ ਯੂਜ਼ ਹੋ ਗਿਆ ਤਾਂ ਈਦਰ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਕਿਹਦੇ ਨਾਲ ਹੈ? ਔਰ ਦੇ ਨਾਲ ਹੈ। ਓਕੇ, ਜਿਵੇਂ ਨੀਦਰ ਯੂਜ਼ ਕਰਦੇ ਹਾਂ ਆਪਾਂ ਤਾਂ ਉਹਦਾ ਹੁੰਦਾ ਨੌਰ ਦੇ ਨਾਲ, ਐਵੇਂ ਈਦਰ ਦਾ ਹੁੰਦਾ ਔਰ ਦੇ ਨਾਲ। ਓਕੇ, ਸੋ ਈਦਰ ਯੂਜ਼ ਹੋ ਗਿਆ ਤਾਂ ਇੱਥੇ ਐਂਡ ਨਹੀਂ ਆਏਗਾ, ਇੱਥੇ ਕੀ ਆਏਗਾ? ਔਰ। ਓਕੇ, ਸੋ ਈਦਰ ਔਰ, ਨੀਦਰ ਨੌਰ, ਇਹ ਆਪਸ ਦੇ ਵਿੱਚ ਪੇਅਰ ਹੁੰਦੇ ਆ। ਹੁਣ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦੀ ਹਾਂ। ਦੇਖੋ, ਈਦਰ ਔਰ, ਨੀਦਰ ਨੌਰ ਤੇ ਜਿਹੜਾ ਐਂਡ ਹੈ, ਇਹ ਆਪਸ ਦੇ ਵਿੱਚ ਇਹ ਸਾਰੇ ਕੀ ਨੇ? ਕੰਜੰਕਸ਼ਨਸ ਨੇ। ਓਕੇ, ਹੁਣ ਇਹਦੇ ਵਿੱਚ ਫਰਕ ਕੀ ਹੈ? ਦੇਖੋ, ਜਿਹੜਾ ਈਦਰ ਔਰ ਨੀਦਰ ਨੌਰ ਹੈ, ਇਹ ਵਾਲਾ ਕੰਜੰਕਸ਼ਨਸ ਆਪਾਂ ਕਦੋਂ ਯੂਜ਼ ਕਰਦੇ ਹਾਂ? ਜਦੋਂ ਆਪਾਂ ਨੇ ਰਿਲੇਸ਼ਨ ਦੱਸਣੇ ਹੋਣ ਦੋ ਚੀਜ਼ਾਂ ਦੇ ਵਿੱਚ। ਠੀਕ ਹੈ, ਤੇ ਜਿਹੜੀਆਂ ਉਹ ਚੀਜ਼ਾਂ ਨੇ ਉਹ ਡਿਫਰੈਂਟ ਨੇ ਜਿਨ੍ਹਾਂ ਵਿੱਚ ਆਪਾਂ ਰਿਲੇਸ਼ਨ ਦੱਸ ਰਹੇ ਹਾਂ, ਤਾਂ ਆਪਾਂ ਯੂਜ਼ ਕਰਦੇ ਹਾਂ ਈਦਰ ਔਰ ਜਾਂ ਫਿਰ ਨੀਦਰ ਨੌਰ। ਬਟ ਅਗਰ ਆਪਾਂ ਕੋਈ ਐਸੀ ਦੋ ਚੀਜ਼ਾਂ ਦੇ ਵਿੱਚ ਰਿਲੇਸ਼ਨ ਦੱਸ ਰਹੇ ਹਾਂ ਜਿਹੜੀਆਂ ਕਿ ਆਪਸ ਦੇ ਵਿੱਚ ਕਨੈਕਟਿਡ ਨੇ, ਤਾਂ ਉੱਥੇ ਆਪਾਂ ਐਂਡ ਦਾ ਯੂਜ਼ ਕਰਾਂਗੇ। ਅਗਰ ਆਪਾਂ ਕੁਝ ਐਸੀ ਚੀਜ਼ਾਂ ਦੇ ਵਿੱਚ ਡਿਫਰੈਂਸ ਦੱਸ ਰਹੇ ਹਾਂ ਜਿਹੜੀਆਂ ਕਿ ਆਪਸ ਦੇ ਵਿੱਚ ਡਿਫਰੈਂਟ ਹੈ, ਤਾਂ ਉੱਥੇ ਆਪਾਂ ਈਦਰ ਔਰ ਨੀਦਰ ਨੌਰ ਯੂਜ਼ ਕਰਾਂਗੇ। ਇਹ ਡਿਫਰੈਂਟ ਜਿਹੜਾ ਹੈਗਾ ਉਹ ਯਾਦ ਰੱਖਿਓ। ਓਕੇ, ਪੇਪਰ ਦੇ ਵਿੱਚ ਤੁਹਾਡੇ ਕੰਮ ਆਊਗਾ। ਅਗਰ ਤੁਸੀਂ ਇਹਦੇ ਰੂਲਸ ਪੜ੍ਹ ਲਓਗੇ ਨਾ, ਮੈਂ ਤੁਹਾਨੂੰ ਗਰੰਟੀ ਦਿੰਦੀ ਹਾਂ ਤੁਹਾਨੂੰ ਪੇਪਰ 'ਚ ਇੱਕ ਵੀ ਰੂਲ ਨਹੀਂ ਯਾਦ ਰਹਿਣਾ। ਬਟ ਅਗਰ ਤੁਸੀਂ ਕੁਐਸਚਨ ਦੀ ਹੈਲਪ ਦੇ ਨਾਲ ਇਹਨਾਂ ਨੂੰ ਕਰੋਗੇ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਪੇਪਰ ਦੇ ਵਿੱਚ ਸਟ੍ਰਾਈਕ ਹੋ ਜਾਣਗੀਆਂ। ਓਕੇ, ਸੋ ਆਈ ਹੋਪ ਇਹ ਸਮਝ ਆ ਗਿਆ ਹੋਊਗਾ ਤੁਹਾਨੂੰ। ਹੁਣ ਆਪਾਂ ਨੈਕਸਟ ਦੇਖਦੇ ਹਾਂ। ਅਗਲਾ ਕੁਐਸਚਨ ਹੈ, These days, job opportunities are not as better as they used to be in early 70s। ਅੱਜ ਕੱਲ੍ਹ ਜਿਹੜੀ ਜੌਬ ਓਪਰਚੁਨਿਟੀਜ਼ ਨੇ ਉਹ ਇੰਨੀਆਂ ਵਧੀਆ ਨਹੀਂ ਹੈਗੀਆਂ ਜਿੰਨੀਆਂ ਕਿ 70s ਦੇ ਵਿੱਚ ਹੁੰਦੀਆਂ ਸੀ। ਹੁਣ ਤੁਸੀਂ ਇੱਕ ਗੱਲ ਇੱਥੇ ਯਾਦ ਰੱਖੋ। ਹੁਣ ਦੇਖੋ, ਇੱਥੇ ਸੈਂਟੈਂਸ ਦੇ ਵਿੱਚ ਕੀ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ ਕਿ ਅੱਜ ਕੱਲ੍ਹ ਦੀਆਂ ਜਿਹੜੀ ਜੌਬ ਓਪਰਚੁਨਿਟੀਜ਼ ਹੈ ਉਹਨਾਂ ਨੂੰ ਆਪਾਂ ਕਿਹਦੇ ਨਾਲ ਕੰਪੇਅਰ ਕਰ ਰਹੇ ਹਾਂ? ਜਿਹੜੀਆਂ ਕਿ 70s 'ਚ ਹੁੰਦੀਆਂ ਸੀ। ਓਕੇ, ਸੋ ਇੱਕ ਚੀਜ਼ ਤਾਂ ਇਹ ਦਿਮਾਗ 'ਚ ਲੈ ਕੇ ਆਓ। ਹੁਣ ਆਪਾਂ ਐਰਰ ਲੱਭਦੇ ਹਾਂ ਵੀ ਕਿੱਥੇ ਹੈ। These days job opportunities are not as better as, ਇਹਦੇ ਵਿੱਚ ਐਰਰ ਹੈ। ਠੀਕ ਹੈ, ਇਹਨੂੰ ਮੈਂ ਲਿਖ ਲੈਂਦੀ ਹਾਂ as better as। ਹੁਣ ਇੱਥੇ ਆਪਾਂ ਕੋਸ਼ਿਸ਼ ਕਰਦੇ ਹਾਂ ਸਮਝਣ ਦੀ ਕਿ ਐਰਰ ਕਿੱਥੇ ਹੈ। ਦੇਖੋ, ਅੱਜ ਕੱਲ੍ਹ ਦੀ ਜਿਹੜੀ ਜੌਬ ਓਪਰਚੁਨਿਟੀਜ਼ ਉਹ ਇੰਨੀਆਂ ਅੱਛੀਆਂ ਨਹੀਂ ਜਿੰਨੀਆਂ ਕਿ ਅਰਲੀ 70s 'ਚ ਹੁੰਦੀਆਂ ਸੀ। ਓਕੇ, ਹੁਣ ਦੇਖੋ ਇਹਦੇ ਵਿੱਚ ਜਿਹੜਾ ਆਹ ਵਾਲਾ ਅਗਰ ਆਪਾਂ ਪੂਰੇ ਇਹਨੂੰ ਫਰੇਜ਼ ਨੂੰ ਦੇਖੀਏ ਐਜ਼ ਬੈਟਰ ਐਜ਼, ਤਾਂ ਇਹਦੇ ਵਿੱਚ ਹਮੇਸ਼ਾ ਕੀ ਹੁੰਦਾ ਹੈ? ਐਜ਼ ਤੇ ਐਜ਼ ਜਦੋਂ ਯੂਜ਼ ਹੋਇਆ ਹੋਵੇ ਤਾਂ ਵਿੱਚ ਆਪਾਂ ਇੱਥੇ ਜਿਹੜੀ ਐਡਜੈਕਟਿਵ ਯੂਜ਼ ਕਰਦੇ ਹਾਂ ਉਹਦੀ ਆਪਾਂ ਪੋਜ਼ਿਟਿਵ ਡਿਗਰੀ ਯੂਜ਼ ਕਰਦੇ ਹਾਂ। ਠੀਕ ਹੈ, ਇਹ ਰੂਲ ਹੀ ਹੈ, ਇਹਨੂੰ ਯਾਦ ਰੱਖ ਸਕਦੇ ਹੋ ਤੁਸੀਂ ਕਿ ਜਦੋਂ ਐਜ਼ ਯੂਜ਼ ਕੀਤਾ ਹੋਵੇ ਤਾਂ ਉਹਦੇ ਵਿੱਚ ਆਪਾਂ ਐਡਜੈਕਟਿਵ ਦੀ ਪੋਜ਼ਿਟਿਵ ਡਿਗਰੀ ਯੂਜ਼ ਕਰਦੇ ਹਾਂ। ਹੁਣ ਆਪਣੇ ਸਿਲੇਬਸ ਦੇ ਵਿੱਚ ਇੱਕ ਟੌਪਿਕ ਹੈ ਡਿਗਰੀਜ਼ ਆਫ ਐਡਜੈਕਟਿਵ। ਹੁਣ ਇਹਦੇ ਨਾਲ ਆਪਾਂ ਉਹ ਚੀਜ਼ ਵੀ ਦੇਖ ਲੈਂਦੇ ਹਾਂ। ਓਕੇ,
ਹੁਣ देखो ਜਿਹੜੇ एडजेक्टिव्स ਹੁੰਦੇ ਆ ਉਹਦੀ बेसिकली 3 डिग्रीज ਹੁੰਦੀਆਂ ने। पहली होगी पॉजिटिव डिग्री, सेकंड होगी कंपैरेटिव डिग्री, ओके, तो थर्ड होगी सुपरलेटिव डिग्री। जर्नली आप एडजेक्टिव दी पॉजिटिव डिग्री कदों यूज़ करते हैं ਜਦੋਂ ਆਪਾਂ ने कोई भी कंपैरिजन ना करना होवे, जिवें कि पॉजिटिव डिग्री दी एग्जांपल ले रहे हैं, जिवें आप लिख रहे हैं गुड। ओके, कंपैरेटिव डिग्री कदों यूज़ करते हैं ਜਦੋਂ ਆਪਾਂ ਕਿਸੇ दो चीज़ों ਦੇ ਵਿੱਚ कंपैरिजन ਦੱਸਦੇ हैं, ठीक है, जिवें कि इत्थे फिर ਆਪਾਂ ਕੀ यूज़ करांगे गुड ਦੀ ਜਿਹੜੀ कंपैरेटिव डिग्री की ਹੁੰਦੀ है बैटर। ਹੁਣ सुपरलेटिव डिग्री कदों यूज़ ਹੁੰਦੀ है ਜਦੋਂ ਆਪਾਂ ज़्यादा कंपेयर कर रहे हो, दो तो ज़्यादा चीज़ों कंपेयर कर रहे होइए, ठीक है, तो उत्थे आप सुपरलेटिव डिग्री का यूज़ करते हैं, जिमें कि गुड की सुपरलेटिव डिग्री की होंगी है बेस्ट। ओके, हुण देखो जिहड़ा ए वाला सेंटेंस है ये आप दो चीज़ों के कंपैरिजन जरूर कर रहे हैं कि अज का टाइम है जिहड़ा वो 70s के टाइम नाल कंपेयर कर रहे हैं, बट ये आप एज बैटर सॉरी एज का भी यूज़ कर रहे हैं, तो एज दे विच आपां एडजेक्टिव दी हमेशा पॉजिटिव डिग्री का यूज़ करते हैं। ओके, सो इत्थे एज बैटर एज नहीं आएगा, इत्थे क्या आएगा एज गुड एज, पहली चीज़ तो यह। ओके, हुण इत्थे आपां ने बैटर क्यों नहीं यूज़ किया, क्योंकि जदों आपां एज का यूज़ कर लिया, जिहड़ा एज दा कॉम्बीनेशन है उन्होंने आपां कदों यूज़ करते हैं जदों आपां ने दो चीज़ों दे विच सिमिलैरिटी दसनी होवे, ठीक है, या तो परसनस दे विच भी आप सिमिलैरिटी दस सकते हैं एज का यूज़ करके, तो थिंग्स दे विच भी सिमिलैरिटी दस सकते हैं एज का यूज़ करके। ओके, इसलिए आप एज दे विच हमेशा पॉजिटिव डिग्री यूज़ करते हैं एडजेक्टिव दी, ना कि कंपैरेटिव डिग्री। ओके, सो इत्थे गुड आना सी, आई होप तुहानूं समझ आ गया होगा ये। सो नैक्सट क्वेश्चन देखते हैं, थर्ड हैगा अनलैस इट इज़ एक्सेप्टेड टू बोथ द पार्टीज एन आर्बिट्रेटर वुड बी ऑफ नो यूज़ टू सैटल दिस डिस्प्यूट। कहता जब तक कि ये दोनों पार्टीज़ नूं मंजूर नहीं हुंदा तब तक जिहड़ा आर्बिट्रेटर है उहदा कोई यूज़ नहीं आना कि वह डिस्प्यूट नूं सॉल्व कर सके, ठीक है, सुलझा सके। सो अनलैस इट इज़ एक्सेप्टेड टू बोथ द पार्टीज़, हुण इत्थे एक्सेप्टेड नहीं यूज़ होना, इत्थे क्या होगा एक्सेप्टेबल। देखो एक्सेप्टेड की हुंदा है मंजूर होना, ठीक है, मीनस किसी चीज़ नूं अप्रूव दे चुके आप जो आप एक्सेप्टेड यूज़ करते हैं, बट एक्सेप्टेबल मतलब कि होंगे कोई ऐसी चीज़ जिन्हों कि एक्सेप्ट किया जा सके, ठीक है, मीनस कैपेबल ऑफ सॉरी CAP आना सुरे कैपेबल ऑफ बीइंग एक्सेप्टेड, जिहड़ी चीज़ जिन्हों एक्सेप्ट किया जा सकता है उत्थे आप यूज़ करते हैं एक्सेप्टेबल। एक्सेप्टेड मतलब तो हो गया कि आप एक्सेप्ट ही कर लिया, सो अगर एक्सेप्ट कर लिया फिर डिस्प्यूट कादा होया। ओके, सो इत्थे एक्सेप्टेड यूज़ नहीं करांगे, इत्थे क्या होगा एक्सेप्टेबल, कि जब तक ये दोनों पार्टीज़ नूं चीज़ एक्सेप्टेबल नहीं हुंदी, ठीक है, उद तक जिहड़ा आर्बिट्रेटर है उहदा भी कोई यूज़ नहीं है कि वह डिस्प्यूट नूं सॉल्व कर सके। ओके, सो आई होप तुहानूं समझ लग गया होगा। सो नैक्सट फोर्थ क्वेश्चन देखते हैं, द वेरियस कॉन्सिक्वेंसिस ऑफ द डिसीजन टेकन बाय द फाइनांस मिनिस्ट्री वॉज नॉट फोरसीन बाय द ब्यूरोक्रेट्स, नो एरर। हुण देखो ये क्या कहना वेरियस कॉन्सिक्वेंसिस ऑफ द डिसीजन, जिहड़े कॉन्सिक्वेंसिस हैं डिसीजन दे जो कि फाइनांस मिनिस्ट्री ने लिते हैं उन्होंने ब्यूरोक्रेट्स ने भी नहीं देखा हजे तक। ओके, मतलब उन्होंने भी हजे तक उहदे बारे नहीं सोचा कि फ्यूचर च इन्हां दा की कॉन्सिक्वेंसिस हो सकते हैं ये डिसीजन दे। सो द वेरियस कॉन्सिक्वेंसिस में इत्थे मैं अंडरलाइन करना चाहनी है ऑफ द डिसीजन टेकन बाय द फाइनांस मिनिस्ट्री वॉज नॉट सीन बाय द ब्यूरोक्रेट्स। हुण देखो ये जिहड़ा अपने को वेरियस कॉन्सिक्वेंसिस यूज़ हुए हैं ये की है, ये मेन सबजैक्ट है सेंटेंस का। ओके, सो इत्थे इहदे लई जिहड़ी वर्ब यूज़ की हुई है वो की यूज़ की हुई है वॉज, बट आपां नूं पता है कि जिहड़े वेरियस कॉन्सिक्वेंसिस हैं वो नेचर दे विच की ने प्लूरल। ओके, सो अगर अपने को सबजैक्ट जिहड़ा है वो प्लूरल हुंदा है तो उहदे नाल जिहड़ी वर्ब है वो भी आपां प्लूरल यूज़ करांगे। ओके, सो इत्थे सबजैक्ट के वेरियस कॉन्सिक्वेंसिस तो इत्थे जिहड़ी वर्ब आपां यूज़ करांगे वो की यूज़ करांगे वर, ठीक है, ना कि वॉज। सो
ਨੈਕਸਟ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ, ਪੰਜਾਬ ਪਟਵਾਰੀ ਐਗਜ਼ਾਮ ਦੇ ਲਈ ਟੈਸਟ ਸੀਰੀਜ਼ ਐਗਰੀਕਲਚਰ ਨੋਟਸ ਆਈਟੀ ਨੋਟਸ ਅਵੇਲੇਬਲ ਹੈ, ਤੇ ਬਾਕੀ ਹੋਰ ਵੀ ਐਗਜ਼ਾਮਸ ਦੇ ਲਈ PSSB ਦੇ ਆਈਟੀ ਨੋਟਸ ਅਵੇਲੇਬਲ ਹੈ। ਤੁਸੀਂ WhatsApp ਜਾਂ ਫਿਰ ਈਮੇਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਆ ਚੈਨਲ ਦੇ ਉੱਪਰ ਡਿਫਰੈਂਟ ਸਬਜੈਕਟ ਦੀ ਵੀਡੀਓਜ਼ ਨੇ, ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਤੁਹਾਡੀ ਬਹੁਤ ਹੈਲਪ ਹੋਗੀ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ। ਸੋ next, I never consider him to be a person who would go back on his promise and then do not even apologize। मैंने कदे भी ਉਹਨੂੰ ऐसा person नहीं समझा ਜਿਹੜਾ ਕਿ ਆਪਣੇ promise ਤੋਂ ਮੁੱਕਰ ਜੇ ਤੇ ਕਦੇ ਤੇ apologize ਵੀ ਨਾ ਕਰੇ। ਠੀਕ ਹੈ, ਸੋ ਹੁਣ ਦੇਖੋ ਇਹਦੇ ਵਿੱਚ ਆਪਣਾ ਜਿਹੜਾ ਮੇਨ ਕੰਜੰਕਸ਼ਨ ਯੂਜ਼ ਹੋ ਰਿਹਾ ਉਹ ਕੀ ਹੋ ਰਿਹਾ ਐਂਡ। ਇੱਕ ਗੱਲ ਐਂਡ ਦੇ ਬਾਰੇ ਹੋਰ ਯਾਦ ਰੱਖਿਓ, ਜਿਹੜਾ ਐਂਡ ਹੈ ਉਹ ਦੋ ਸੈਂਟੈਂਸਿਸ ਨੂੰ ਆਪਸ ਦੇ ਵਿੱਚ ਕਨੈਕਟ ਕਰਦਾ ਹੈ, ਤੇ ਇਹ ਜਿਹੜੇ ਦੋ ਸੈਂਟੈਂਸ ਹੁੰਦੇ ਆ ਉਹ ਐਸੇ ਸੈਂਟੈਂਸ ਹੁੰਦੇ ਆ ਜਿਨ੍ਹਾਂ ਦਾ ਆਪਣੇ ਆਪ 'ਚ ਵੀ ਇੱਕ ਮੀਨਿੰਗ ਹੁੰਦਾ ਹੈ, ਯਾਨੀ ਕਿ ਕੰਪਲੀਟ ਸੈਂਟੈਂਸ ਹੁੰਦੇ ਆ। ਓਕੇ, ਇਹ ਸੈਂਟੈਂਸ 1 ਹੋ ਗਿਆ ਤੇ ਇਹ ਵਾਲਾ ਸੈਂਟੈਂਸ 2 ਹੋ ਗਿਆ। ਐਂਡ ਦੋ ਕੰਪਲੀਟ ਸੈਂਟੈਂਸਿਸ ਨੂੰ ਯੂਜ਼ ਕਰਨ ਦੇ ਕੰਮ ਆਉਂਦਾ ਹੈ। ਸੋ ਹੁਣ ਇਹਦੇ ਵਿੱਚ ਦੇਖੋ, ਅਗਰ ਆਪਾਂ ਸੈਂਟੈਂਸ 1 ਦੇਖੀਏ ਤਾਂ ਕੀ ਹੈ, ਆਈ ਨੈਵਰ ਕੰਸੀਡਰ ਹਿਮ ਟੂ ਬੀ ਅ ਪਰਸਨ ਹੂ ਵੁੱਡ ਗੋ ਬੈਕ ਔਨ ਹਿਸ ਪ੍ਰੋਮਿਸ। ਇੱਥੇ ਕੰਪਲੀਟ ਹੋ ਗਿਆ ਸੈਂਟੈਂਸ। ਠੀਕ ਹੈ, ਤੇ ਸੈਕਿੰਡ ਆਊਗਾ ਆਈ ਨੈਵਰ ਕੰਸੀਡਰ ਹਿਮ ਟੂ ਬੀ ਅ ਪਰਸਨ ਹੂ ਵੁੱਡ ਨਾਟ ਈਵਨ ਐਪੋਲੋਜਾਈਜ਼। ਠੀਕ ਹੈ, ਤੇ ਇੱਥੇ ਦੈਨ ਡੂ ਹੈ ਜਿਹੜਾ ਉਹਨੂੰ ਆਪਾਂ ਯੂਜ਼ ਨਹੀਂ ਕਰਾਂਗੇ, ਕਿਉਂਕਿ ਤੁਸੀਂ ਇਹਨੂੰ ਰੀਡ ਕਰੋਗੇ ਨਾ ਤਾਂ ਇੱਥੇ ਕਰੈਕਸ਼ਨ ਆਏਗੀ। ਆਈ ਨੈਵਰ ਕੰਸੀਡਰ ਹਿਮ ਟੂ ਬੀ ਪਰਸਨ ਹੂ ਵੁੱਡ ਨਾਟ ਈਵਨ ਐਪੋਲੋਜਾਈਜ਼। ਠੀਕ ਹੈ, ਪਹਿਲਾ ਸੈਂਟੈਂਸ ਇਹ ਹੋ ਗਿਆ ਤੇ ਸੈਕਿੰਡ ਸੈਂਟੈਂਸ ਇਹ ਹੋ ਗਿਆ, ਤੇ ਇੱਥੇ ਦੈਨ ਡੂ ਦੀ ਜ਼ਰੂਰਤ ਨਹੀਂ ਹੈ, ਸੋ ਇਹਨੂੰ ਤੁਸੀਂ ਐਲੀਮੀਨੇਟ ਕਰ ਸਕਦੇ ਹੋ। ਓਕੇ, ਇੱਥੇ ਇਹੀ ਮਿਸਟੇਕ ਹੈ। ਸੋ ਨੈਕਸਟ ਸੈਂਟੈਂਸ ਹੈ ਵੈਨ ਸ਼ੈਲ ਵੀ ਅਰਾਈਵ ਟੂ ਅ ਡੈਸਟੀਨੇਸ਼ਨ ਨੋ ਐਰਰ। ਆਪਾਂ ਆਪਣੀ ਡੈਸਟੀਨੇਸ਼ਨ ਤੇ ਕਦੋਂ ਪਹੁੰਚਾਂਗੇ? ਵੈਨ ਸ਼ੈਲ ਵੀ ਅਰਾਈਵ। ਹੁਣ ਇੱਥੇ ਅਰਾਈਵ ਜਿਹੜਾ ਵਰਡ ਹੈ ਉਹ ਮੇਨ ਹੈ, ਤੇ ਅਰਾਈਵ ਤੋਂ ਬਾਅਦ ਟੂ ਪ੍ਰੈਪੋਜੀਸ਼ਨ ਦਾ ਯੂਜ਼ ਹੋਇਆ ਹੋਇਆ ਹੈ। ਯਾਦ ਰੱਖਿਓ, ਜਿਹੜਾ ਵਰਡ ਅਰਾਈਵ ਹੈ ਉਹ ਤੋਂ ਬਾਅਦ ਜਿਹੜੀ ਮੇਨਲੀ ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ, ਇੱਕ ਤਾਂ ਯੂਜ਼ ਹੁੰਦੀ ਹੈ ਐਟ ਤੇ ਇੱਕ ਯੂਜ਼ ਹੁੰਦੀ ਹੈ ਇਨ। ਠੀਕ ਹੈ, ਹੁਣ ਐਟ ਦਾ ਕਦੋਂ ਯੂਜ਼ ਕਰਦੇ ਹਾਂ? ਐਟ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਕਿਸੇ ਪਲੇਸ ਦੀ ਗੱਲ ਕਰੀਏ। ਠੀਕ ਹੈ, ਇੱਥੇ ਮੈਂ ਲਿਖ ਦਿੰਦੀ ਹਾਂ ਪਲੇਸ। ਐਟ ਯੂਜ਼ ਕਰਾਂਗੇ ਜਦੋਂ ਪਲੇਸ ਦੀ ਗੱਲ ਹੋਵੇ, ਜਾਂ ਫਿਰ ਅਗਰ ਆਪਾਂ ਨੂੰ ਇਨ ਕਦੋਂ ਯੂਜ਼ ਕਰਾਂਗੇ ਜਦੋਂ ਆਪਾਂ ਕਿਸੇ ਕੰਟਰੀ ਦੀ ਗੱਲ ਕਰ ਰਹੇ ਹੋਈਏ, ਕਿਸੇ ਸਿਟੀ ਦੀ ਗੱਲ ਕਰ ਰਹੇ ਹੋਈਏ, ਤਾਂ ਉੱਥੇ ਇਨ ਯੂਜ਼ ਹੋਊਗਾ। ਠੀਕ ਹੈ, ਵੈਨ ਸ਼ੈਲ ਵੀ ਅਰਾਈਵ ਐਟ ਆਰ ਡੈਸਟੀਨੇਸ਼ਨ। ਆਪਾਂ ਕਿਸੇ ਪਲੇਸ ਦੀ ਗੱਲ ਕਰ ਰਹੇ, ਜਿਵੇਂ ਐਟ ਸਟੇਸ਼ਨ ਵੀ ਆ ਸਕਦਾ, ਸਟੇਸ਼ਨ ਕੀ ਹੋ ਗਿਆ, ਇੱਕ ਪਲੇਸ ਹੋ ਗਈ। ਓਕੇ, ਸੋ ਉੱਥੇ ਐਟ ਆਊਗਾ। ਵੈਨ ਸ਼ੈਲ ਵੀ ਅਰਾਈਵ, ਓਕੇ, ਸੋ ਇਨ ਇੰਡੀਆ, ਇਹ ਕੀ ਹੋ ਗਈ, ਕੰਟਰੀ ਹੋ ਗਈ। ਜਦੋਂ ਆਪਾਂ ਅਰਾਈਵ ਤੋਂ ਬਾਅਦ ਇਨ ਦਾ ਯੂਜ਼ ਕਰਨਾ ਤਾਂ ਹਮੇਸ਼ਾ ਤੁਹਾਨੂੰ ਕੋਈ ਸਿਟੀ ਦਿੱਤੀ ਹੋਊਗੀ ਜਾਂ ਫਿਰ ਕੋਈ ਕੰਟਰੀ ਦਿੱਤੀ ਹੋਊਗੀ, ਤੇ ਜਦੋਂ ਅਰਾਈਵ ਤੋਂ ਬਾਅਦ ਐਟ ਦਾ ਯੂਜ਼ ਕਰਾਂਗੇ ਉਹ ਤੋਂ ਬਾਅਦ ਹਮੇਸ਼ਾ ਕੋਈ ਪਲੇਸ ਹੋਊਗੀ। ਓਕੇ, ਸੋ ਇੱਥੇ ਟੂ ਨਹੀਂ ਯੂਜ਼ ਹੋਣਾ, ਇੱਥੇ ਆਪਣੇ ਕੋਲ ਐਟ ਔਰ ਡੈਸਟੀਨੇਸ਼ਨ ਆਏਗਾ, ਕਿਉਂਕਿ ਆਪਣੇ ਕੋਲ ਇੱਕ ਪਾਰਟਿਕੂਲਰ ਪਲੇਸ ਹੈ ਨਾ ਜੋ ਕਿ ਆਪਣੀ ਡੈਸਟੀਨੇਸ਼ਨ ਹੈ, ਜਿੱਥੇ ਆਪਾਂ ਨੇ ਜਾਣਾ ਹੈ। ਓਕੇ, ਸੋ ਇੱਥੇ ਆਪਾਂ ਐਟ ਦਾ ਯੂਜ਼ ਕਰਾਂਗੇ। ਓਕੇ, ਸੋ ਨੈਕਸਟ ਕੁਐਸਚਨ ਹੈ ਫੀਮੇਲਸ ਆਰ ਨਾਟ ਅਪੁਆਇੰਟਡ ਇਨ ਆਰ ਕਾਲਜ। ਫੀਮੇਲਸ ਪਲੂਰਲ ਹੈ ਤੇ ਇਹਦੇ ਵਿੱਚ ਜਿਹੜੀ ਵਰਬ ਯੂਜ਼ ਹੋਈ ਹੈ ਉਹ ਕੀ ਯੂਜ਼ ਹੋਈ ਹੈ ਆਰ। ਸੋ ਇਹ ਜਿਹੜਾ ਸੈਂਟੈਂਸ ਹੈ ਉਹ ਬਿਲਕੁਲ ਕਰੈਕਟ ਹੈ। ਓਕੇ, ਦੈਨ ਸੋ ਹੁਣ ਇਹ ਸੈਂਟੈਂਸ ਕੀ ਹੈ, ਦ ਆਫਿਸਰ ਇਜ਼ ਐਂਗਰੀ ਔਨ ਦ ਕਲਰਕ ਫॉर ਨਾਟ ਅਟੈਂਡਿੰਗ ਟੂ ਦ ਵਰਕ। ਓਕੇ, ਹੁਣ ਇਹਦੇ ਵਿੱਚ ਐਰਰ ਜਿਹੜੀ ਹੈ ਉਹ ਇਸ ਲਾਈਨ ਦੇ ਵਿੱਚ ਹੈ, ਐਂਗਰੀ ਔਨ। ਦੇਖੋ ਇੱਥੇ ਜਿਹੜਾ ਐਂਗਰੀ ਵਰਡ ਹੈ ਇਹਨੂੰ ਫੋਕਸ ਕਰੋ, ਐਂਗਰੀ ਜਿਹੜਾ ਐਂਗਰੀ ਵਰਡ ਹੈ ਇਹਦੇ ਨਾਲ ਕਿਹੜੀ ਕਿਹੜੀ ਪ੍ਰੈਪੋਜੀਸ਼ਨ ਆਪਾਂ ਯੂਜ਼ ਕਰ ਸਕਦੇ ਹਾਂ? ਐਟ, ਅਬਾਊਟ ਜਾਂ ਫਿਰ ਵਿਦ। ਜਦੋਂ ਆਪਾਂ ਕਿਸੇ ਚੀਜ਼ ਦੀ ਗੱਲ ਕਰੀਏ, ਠੀਕ ਹੈ, ਤਾਂ ਉਦੋਂ ਆਪਾਂ ਐਂਗਰੀ ਦੇ ਨਾਲ ਐਟ ਜਾਂ ਅਬਾਊਟ ਦਾ ਯੂਜ਼ ਕਰ ਰਹੇ ਹਾਂ। ਸਮਥਿੰਗ, ਐਂਗਰੀ ਐਟ ਸਮਥਿੰਗ ਜਾਂ ਐਂਗਰੀ ਅਬਾਊਟ ਸਮਥਿੰਗ। ਬਟ ਜਦੋਂ ਆਪਾਂ ਕਿਸੇ ਪਰਸਨ ਦੀ ਗੱਲ ਕਰੀਏ, ਮੀਨਸ ਸਮਵਨ ਦੀ ਗੱਲ ਕਰੀਏ, ਤਾਂ ਉੱਥੇ ਆਪਾਂ ਵਿਦ ਯੂਜ਼ ਕਰਦੇ ਹਾਂ। ਐਂਗਰੀ ਵਿਦ ਸਮਵਨ, ਐਂਗਰੀ ਤੁਸੀਂ ਕਿਸੇ ਪਰਸਨ ਦੇ ਨਾਲ ਹੀ ਹੋ ਸਕਦੇ ਹੋ ਨਾ, ਤੇ ਕਿਸੇ ਚੀਜ਼ ਤੇ ਤੁਹਾਨੂੰ ਗੁੱਸਾ ਆ ਸਕਦਾ ਹੈ। ਠੀਕ ਹੈ, ਸੋ ਐਂਗਰੀ ਐਟ ਸਮਥਿੰਗ ਜਾਂ ਐਂਗਰੀ ਅਬਾਊਟ ਸਮਥਿੰਗ। ਸੋ ਜਿਹੜਾ ਆਫਿਸਰ ਹੈ ਉਹ ਕਲਰਕ ਦੇ ਨਾਲ ਗੁੱਸਾ ਹੈ ਨਾ, ਸੋ ਕਲਰਕ ਕੀ ਹੈ, ਇੱਕ ਪਰਸਨ ਹੈ, ਸੋ ਇੱਥੇ ਐਂਗਰੀ ਔਨ ਨਹੀਂ ਆਏਗਾ, ਇੱਥੇ ਆਊਗਾ ਐਂਗਰੀ ਵਿਦ ਦ ਕਲਰਕ। ਓਕੇ, ਸੋ ਨੈਕਸਟ, no sooner I had spoken than he left। ਹੁਣ ਦੇਖੋ
ਇਹਦੇ ਵਿੱਚ ਜਿਹੜਾ ਸੈਂਟੈਂਸ ਹੈ ਇਹਦੇ ਵਿੱਚ ਸਟਾਰਟਿੰਗ ਦੇ ਵਿੱਚ नो सूनर ਦਾ ਯੂਜ਼ ਕੀਤਾ ਹੋਇਆ ਹੈ। ਜਿਹੜੀ नो सूनर ਹੈ ਉਹ ਇੱਕ ਤਰੀਕੇ ਦੀ ਨੈਗੇਟਿਵ ਐਡਵਰਬ ਹੈ। ਠੀਕ ਹੈ, ਹੋਰ ਨੈਗੇਟਿਵ ਐਡਵਰਬਸ ਵੀ ਹੁੰਦੀਆਂ ਨੇ ਜਿਵੇਂ ਕਿ ਹਾਰਡਲੀ, ਬੇਅਰਲੀ। ਸੋ ਹੁਣ ਸਟਾਰਟਿੰਗ ਦੇ ਵਿੱਚ ਹੀ ਸੈਂਟੈਂਸ ਦੇ ਵਿੱਚ ਇਹਨਾਂ ਨੇ ਨੈਗੇਟਿਵ ਐਡਵਰਬ ਦਾ ਯੂਜ਼ ਕਰ ਲਿਆ। ਤੇ ਇੱਕ ਰੂਲ ਯਾਦ ਰੱਖਿਓ, ਜਦੋਂ ਨੈਗੇਟਿਵ ਐਡਵਰਬ ਯੂਜ਼ ਕੀਤੀ ਹੋਵੇ ਤਾਂ ਉਹ ਤੋਂ ਬਾਅਦ ਹਮੇਸ਼ਾ ਔਗਜ਼ਿਲਰੀ ਵਰਬ ਲੱਗਦੀ ਹੈ ਤੇ ਦੈਨ ਉਹ ਤੋਂ ਬਾਅਦ ਆਪਣਾ ਸਬਜੈਕਟ ਜਿਹੜਾ ਹੈ ਉਹ ਆਉਂਦਾ ਹੈ। ਠੀਕ ਹੈ, ਸੋ ਇਸ ਸੈਂਟੈਂਸ ਦੇ ਵਿੱਚ ਸਟਾਰਟਿੰਗ ਦੇ ਵਿੱਚ ਨੈਗੇਟਿਵ ਐਡਵਰਬ ਯੂਜ਼ ਹੋਈ ਹੈ। ਨੈਗੇਟਿਵ ਐਡਵਰਬ ਕਿਉਂ ਹੈ? ਕਿਉਂਕਿ नो सूनर। ਠੀਕ ਹੈ, ਸੋ ਇਹ ਥੋੜੀ नो ਜਿਹੜਾ ਵਰਡ ਹੈ ਉਹ ਆਪਣੇ ਆਪ 'ਚ ਨੈਗੇਟਿਵ ਹੈ। ਓਕੇ, ਸੋ ਨੈਗੇਟਿਵ ਐਡਵਰਬ ਦਾ ਯੂਜ਼ ਹੋ ਗਿਆ। ਇੱਥੇ ਆਈ हैड ਦੀ ਬਜਾਏ ਕੀ ਆਊਗਾ? हैड आई। ਠੀਕ ਹੈ, ਕਿਉਂਕਿ हैड ਇੱਥੇ ਔਗਜ਼ਿਲਰੀ ਵਰਬ ਹੈ ਤੇ ਜਿਹੜਾ ਸਬਜੈਕਟ ਹੈ ਉਹ ਕੀ ਹੈ? ਆਈ। ਸੋ ਜਦੋਂ ਵੀ ਸੈਂਟੈਂਸ ਦੇ ਵਿੱਚ ਤੁਹਾਡੇ ਕੋਲ ਸਟਾਰਟਿੰਗ ਦੇ ਵਿੱਚ ਨੈਗੇਟਿਵ ਐਡਵਰਬ ਦਾ ਯੂਜ਼ ਹੋਇਆ ਹੋਵੇ ਉਹ ਤੋਂ ਬਾਅਦ ਤੁਸੀਂ ਹਮੇਸ਼ਾ ਔਗਜ਼ਿਲਰੀ ਵਰਬ ਲਗਾਉਣੀ ਹੈ ਤੇ ਉਹ ਤੋਂ ਬਾਅਦ ਸਬਜੈਕਟ ਆਊਗਾ, ਨਾ ਕਿ ਸਬਜੈਕਟ ਪਹਿਲਾਂ ਹੋਊਗਾ ਤੇ ਔਗਜ਼ਿਲਰੀ ਵਰਬ ਬਾਅਦ 'ਚ ਆਏਗੀ। ਓਕੇ, ਇਹਨੂੰ ਯਾਦ ਰੱਖਿਓ ਬਿਕੋਜ਼ ਪੇਪਰ ਦੇ ਵਿੱਚ ਐਸੇ ਬਹੁਤ ਕੁਐਸਚਨਸ ਆਉਂਦੇ ਆ ਜਿਹਦੇ ਵਿੱਚ ਇਹੀ ਮਿਸਟੇਕ ਹੁੰਦੀ ਹੈ। ਓਕੇ, then next, our new neighbors had been living in Arizona since 10 years before moving to their present house। ਜਿਹੜੇ ਆਪਣੇ ਨਿਊ ਨੇਬਰਸ ਨੇ, ਠੀਕ ਹੈ, ਉਹ ਐਰੀਜ਼ੋਨਾ ਦੇ ਵਿੱਚ 10 ਸਾਲ ਰਹਿ ਕੇ ਆਏ ਨੇ ਪ੍ਰੈਜ਼ੈਂਟ ਹਾਊਸ ਦੇ ਵਿੱਚ ਸ਼ਿਫਟ ਹੋਣ ਤੋਂ ਪਹਿਲਾਂ। ਸੋ ਇਹਦੇ ਵਿੱਚ ਦੇਖੋ ਕੀ ਹੈ ਕਿ ਜਿਹੜੇ ਆਪਣੇ ਨੇਬਰਸ ਨੇ ਉਹ 10 ਸਾਲ ਰਹਿ ਕੇ ਆਏ ਨੇ ਨਾ ਐਰੀਜ਼ੋਨਾ ਦੇ ਵਿੱਚ। ਹੁਣ ਆਪਣੇ ਕੋਲ ਇੱਥੇ ਇਹ ਪਤਾ ਹੈ ਕਿ 10 ਸਾਲ ਰਹਿ ਕੇ ਆਏ ਨੇ, ਬਟ ਆਪਣੇ ਕੋਲ ਪ੍ਰੋਪਰ ਪੀਰੀਅਡ ਨਹੀਂ ਪਤਾ ਵੀ ਕਦੋਂ ਤੋਂ ਲੈ ਕੇ ਕਦੋਂ ਤੱਕ ਰਹਿ ਕੇ ਆਏ ਨੇ। ਓਕੇ, ਸੋ ਇੱਥੇ ਆਪਾਂ ਸਿੰਸ ਦਾ ਯੂਜ਼ ਨਾ ਕਰਕੇ ਕਾਹਦਾ ਕਰਾਂਗੇ? ਫॉर ਦਾ। ਫॉर ਉਦੋਂ ਯੂਜ਼ ਹੁੰਦਾ ਜਦੋਂ ਆਪਣੇ ਕੋਲ ਟਾਈਮ ਪੀਰੀਅਡ ਪਤਾ ਹੋਵੇ। ਠੀਕ ਹੈ, ਮਤਲਬ ਲੈਂਥ ਪਤਾ ਆਪਣੇ ਕੋਲ ਟਾਈਮ ਦੀ, ਇਹ ਨਹੀਂ ਪਤਾ ਵੀ ਕਦੋਂ ਤੋਂ ਲੈ ਕੇ ਕਦੋਂ ਤੱਕ, ਪਰਟੀਕੂਲਰ ਟਾਈਮ ਨਹੀਂ ਪਤਾ, ਬਸ ਆਪਾਂ ਨੂੰ ਟਾਈਮ ਪੀਰੀਅਡ ਪਤਾ ਹੈ। ਠੀਕ ਹੈ, ਮਤਲਬ ਲੈਂਥ ਪਤਾ ਹੈ ਟਾਈਮ ਦੀ, ਜਿਵੇਂ ਫॉर 10 years, ਫॉर 10 hours। ਠੀਕ ਹੈ, ਅਮਾਊਂਟ ਪਤਾ ਹੈ ਪਰ ਆਪਾਂ ਨੂੰ ਪ੍ਰੋਪਰਲੀ ਨਹੀਂ ਪਤਾ। ਸਿੰਸ ਕਦੋਂ ਯੂਜ਼ ਕਰਦੇ ਹਾਂ? ਜਦੋਂ ਆਪਾਂ ਨੂੰ ਪਤਾ ਹੋਵੇ ਵੀ ਕਦੋਂ ਤੋਂ ਲੈ ਕੇ ਕਦੋਂ ਤੱਕ ਹੈ, ਜਿਵੇਂ ਸਿੰਸ ਮੰਡੇ। ਓਕੇ, ਸਿੰਸ 1993। ਸੋ ਆਪਣੇ ਕੋਲ ਇੱਕ ਪਰਟੀਕੂਲਰ ਚੀਜ਼ ਆ ਗਈ ਨਾ ਕਿ ਆਪਣੇ ਕੋਲ ਪਰਟੀਕੂਲਰ ਡੇ ਪਤਾ ਹੈ ਜਾਂ ਪਰਟੀਕੂਲਰ ਈਅਰ ਪਤਾ ਹੈ, ਤਾਂ ਉੱਥੇ ਸਿੰਸ ਦਾ ਯੂਜ਼ ਕਰਾਂਗੇ। ਜਿੱਥੇ ਆਪਣੇ ਕੋਲ ਪਰਟੀਕੂਲਰ ਕੋਈ ਚੀਜ਼ ਨਾ ਪਤਾ ਹੋਵੇ ਉੱਥੇ ਆਪਾਂ ਫॉर ਦਾ ਯੂਜ਼ ਕਰਾਂਗੇ। ਓਕੇ, ਸੋ ਆਈ ਹੋਪ ਅੱਜ ਆਪਾਂ ਜਿਹੜੇ 10 ਸੈਂਟੈਂਸ ਇੰਪਰੂਵਮੈਂਟ ਦੇ ਸੈਂਟੈਂਸਸ ਡਿਸਕਸ ਕੀਤੇ ਤੁਹਾਨੂੰ ਸਾਰੇ ਸਮਝ ਲੱਗ ਗਏ ਹੋਣਗੇ ਤੇ ਤੁਹਾਨੂੰ ਕੁਝ ਕਨਸੈਪਟਸ ਵੀ ਸਮਝ ਲੱਗ ਗਏ ਹੋਣਗੇ ਅਲੱਗ-ਅਲੱਗ ਆਰਟੀਕਲਸ ਨਾਲ ਰਿਲੇਟਿਡ, ਕੰਜੰਕਸ਼ਨਸ ਨਾਲ ਰਿਲੇਟਿਡ। ਓਕੇ, ਸੋ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਜਲਦੀ ਹੀ। ਐਵੇਂ ਤੁਸੀਂ ਪ੍ਰੈਕਟਿਸ ਕਰਦੇ ਰਹੋ ਇੰਗਲਿਸ਼ ਦੀ ਤੇ ਐਵੇਂ ਥੋੜੇ ਅੱਛੇ ਤਰੀਕੇ ਨਾਲ ਤਿਆਰੀ ਹੋ ਜੂਗੀ ਇੰਗਲਿਸ਼ ਦੇ ਐਗਜ਼ਾਮ ਦੇ ਲਈ। ਓਕੇ, ਸੋ ਥੈਂਕ ਯੂ ਸੋ ਮਚ, ਆਲ ਦੀ ਬੈਸਟ ਐਗਜ਼ਾਮ ਦੇ ਲਈ। ਬੀ ਸੇਫ, ਬੀ ਐਟ ਹੋਮ। ਥੈਂਕ ਯੂ।